सत श्री अकाल एमएचएन प्राइम तुसी वेख रहे हो ते साडी खास पेशकश है ग्राउंड जीरो ते अज असी मौजूद हाँ ਸਿੰਘੂ बॉर्डर ते बहुत सिखा दी फौज निहंग सिंह जत्था अकाल पुरखी इत्थे मौजूद है तुसी वेख सकते हो तुहानू गलबात भी करावांगे निहंग सिंह जत्था इत्थे मौजूद है ते तुसी तस्वीरां वेख सकते हो अपने घोड़ियां दे नाल ओ मौजूद ने। सब तो पहला असी गल करांगे की नाम है तुहाडा? कुलविंदर सिंह जी। कुलविंदर सिंह जी किन्ने लोकी तुसी आए हो इत्थे निहंग सिंह फौज? सैकड़ों ही सैकड़ों सैकड़ों ही आप हमारे निंग सिंह आए हैं, सैकड़े घोड़े आए हैं। हाँ जी ते किन्ने लोकी ने मतलब टोटल किन्ने लोकी? सैकड़ों ही 96 करोड़ सैकड़ों है जी। अपना पंथ है श्रोमणी पंथ अकाली बुढ़ा दल चलता वीर चक्रवर्ती 96 करोड़ी बाबा मान सिंह जी अकाली उनकी अगुवाई में ये सारा प्रोसीजर चल रहा है। घोड़े अपना बाज राज साज पालकी साहब ये बाबा मान सिंह की अगुवाई में ही चल रहा है। किन्ने दिन हो गए? हमें जब से ये प्रोसीजर चल रहा है तब से यहाँ पर आए हुए हैं हम। सतगुरु पुरातन मर्यादा सतगुरु दी धੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੱਥੇ ਪੁਰਾਤਨ ਮਰਿਆਦਾ ਵਿੱਚ ਲੰਗਰ ਬਣਦਾ ਸਰਬ ਲੋਕ ਦੇ ਬਰਤਨਾਂ 'ਚ। ਹਾਂਜੀ ਤੁਸੀਂ ਇੱਥੇ ਕਿਉਂ ਪਹੁੰਚੇ ਹੋ? ਜੋ ਇਹਨਾਂ ਲੋਕਾਂ ਦੇ ਲਾਇਆ ਏ ਉਹਨੂੰ ਰੱਦ ਕਰਵਾਉਣ ਵਾਸਤੇ ਕਿਸਾਨਾਂ ਦੇ ਭਰਾਵਾਂ ਦੇ ਹੱਕ 'ਚ ਅਸੀਂ ਇੱਥੇ ਆਏ ਹਾਂ ਖੜੇ ਹਾਂ ਉਹਨਾਂ ਦੀ ਮਦਦ। ਦੇਖੋ ਸਤਿਗੁਰ ਦਾ ਪੰਥ ਧੱਕਾ ਕਿੱਥੇ ਨਹੀਂ ਹੋਇਆ। ਇਹ ਕਾਨੂੰਨ ਰੱਦ ਕਰਨਾ ਪਊਗਾ। ਮਹਾਰਾਜ ਦਾ ਪੰਥ ਬੈਠ ਗਿਆ ਵਿੱਚ ਆ ਕੇ ਇੱਥੇ ਠੀਕ ਹੈ। ਇਹ ਸਤਿਗੁਰ ਵਰਤੂਗੇ ਸਤਿਗੁਰੂ ਆਪ। ਤੇ ਤੁਸੀਂ ਇੱਥੇ ਪਹੁੰਚੇ ਹੋ ਮੌਜੂਦ ਹੋ ਸਰਕਾਰ ਕਹਿ ਰਹੀ ਹੈ ਫਾਇਦੇਮੰਦ ਹੈ ਕੋਈ ਵਿੱਚ ਵਿਚਾਲੇ ਦਾ ਰਸਤਾ ਨਹੀਂ ਹੈ। सरकार ने बनाए क्यों? जे फायदेमंद आ सरकार ने बनाए क्यों है? क्यों सोध करन दे बिल्लां दी ना सोध करन रहन देन। ਪਰ ਇੱਥੇ ਠੰਡ ਤੇ ਬਹੁਤ ਕਿਸਾਨ ਜੋ ਹੈ ਬੈਠੇ ਹੋਏ ਨੇ ਤੇ ਕੋਈ ਰਸਤਾ ਹਜੇ ਸਤਿਗੁਰ ਨੇ ਸ਼ਸਤਰ ਵਾਦਾਂਗਾ ਕਿਤੇ 19 ਵਾਰੀ ਭਾਈ ਬਘੇਲ ਸਿੰਘ ਨੇ ਦਿੱਲੀ ਨੂੰ ਜਿੱਤਿਆ ਏ। ਇਹ ਹੁਣ 20 ਵਾਰੀ ਜਿੱਤ ਕੇ ਜਾਊਗਾ ਖਾਲਸਾ। ਇਹ ਮਹਾਰਾਜ ਦੇ ਬਚਨ ਹੈ 20 ਵਾਰੀ ਜਿੱਤਣਾ ਹੈ। 96 ਕਰੋੜ ਖਾਲਸਾ ਸਤਿਗੁਰੂ ਨੇ ਬਚਨ ਕੀਤੇ ਕਹਿੰਦੇ ਪਤਾ ਨਹੀਂ ਲੱਗਣਾ ਕਿੱਧਰ ਦੇ ਖਾਲਸੇ ਨੇ ਚੜ ਕੇ ਆ ਜਾਣਾ ਆ 96 ਕਰੋੜ ਖਾਲਸਾ। ਇਹ ਸਤਿਗੁਰ ਦੀਆਂ ਫੌਜਾਂ ਮਹਾਰਾਜ ਨੇ ਪੁਰਾਤਨ ਫੌਜਾਂ ਸਤਿਗੁਰ ਦੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਂ ਕੀ ਹੈ ਤੁਹਾਡਾ? ਲੱਸਾ ਸਿੰਘ ਜੀ ਬੁੱਢਾ ਦਲ ਨਿਸ਼ਾਨਚੀ ਸਿੰਘ ਬੁੱਢੇ ਦਲ ਦੇ ਨਿਸ਼ਾਨ ਇਹਨਾਂ ਦੀ ਸੇਵਾ ਨਿਭਾਉਂਦੇ ਅਸੀਂ ਮੈਡਮ। ਜਦੋਂ ਜਿਵੇਂ ਆਪਾਂ ਪੁਲਿਸ ਲਾਉਣੇ ਆ ਬਾਰਡਰ ਦੇ ਉੱਤੇ ਪੁਲਿਸ ਤੋਂ ਨਾ ਪਹਿਰਾ ਠੀਕ ਆਵੇ BSF ਤੋਂ ਨਾ ਆਵੇ ਤਾਂ ਫਿਰ ਫੌਜ ਲਾਈ ਜਾਂਦੀ ਆ। ਉਸੇ ਤਰ੍ਹਾਂ ਇਹ ਲਾਡਲੀਆਂ ਫੌਜਾਂ ਗੁਰੂ ਦੀਆਂ ਅਕਾਲ ਪੁਰਖ ਦੀ ਫੌਜ ਹੈ। ਫਿਰ ਜੋ ਮੋਰਚੇ ਅੜ ਜਾਣ ਫਿਰ ਇਹ ਮੋਰਚਾ ਤੋੜਦੀ ਆ। ਜਿਵੇਂ ਮਹਾਰਾਜ ਨੇ ਕਿਹਾ ਨਾ ਚੂ ਕਰ ਆਜ ਹਮਾ ਹੀਲ ਤੇ ਦਰ ਗਜਾਹਤ ਬੁਰਦਨ ਬਾਸਮ ਸੀਰ ਦਸਤ। ਜੇ ਸਾਰੇ ਰਸਤੇ ਸ਼ਾਂਤੀ ਦੇ ਬੰਦ ਹੋ ਜਾਣ ਹਰ ਹੀਲਾ ਬੰਦ ਹੋ ਜਾਏ ਫਿਰ ਜਿਹੜਾ ਇਹ ਸ਼ਮਸ਼ੀਰ ਆ ਤੇਗ ਆ ਇਹਦੇ ਮੁੱਠੇ ਤੇ ਹੱਥ ਜਾਣਾ ਖਾਲਸੇ ਦਾ ਲਾਜ਼ਮੀ ਆ। ਫਿਰ ਅਸੀਂ ਤਾਂ ਇਹ ਕਹਿੰਦੇ ਆ ਵੀ ਜੇ ਇਹ ਸ਼ਾਂਤੀ ਨਾਲ ਹੁੰਦਾ ਹੱਲ ਤਾਂ ਠੀਕ ਆ। ਅਸੀਂ ਤਾਂ ਕਿਸਾਨਾਂ ਨੂੰ ਵੀ ਕਿਹਾ ਜੇ ਸ਼ਾਂਤੀ ਨਾਲ ਹੁੰਦਾ ਹੱਲ ਤਾਂ ਠੀਕ ਆ। ਚਲੋ ਅੱਗੇ ਹੋਰ ਗੱਲਬਾਤ ਕਰਦੇ ਹਾਂ। ਕਿੰਨੇ ਦਿਨ ਹੋ ਗਏ ਆਏ ਹੋਏ? ਸਾਨੂੰ ਕੋਈ ਤਾਂ ਨਾਲ ਇਹਨਾਂ ਦੇ ਦੋ ਚ ਇੱਕ ਤਾਂ ਦਿਨ ਪਿੱਛੋਂ ਆ ਗਏ ਇਕੱਠੇ ਆ ਗਏ ਹਾਂਜੀ। ਤੇ ਇਸੇ ਤਰੀਕੇ ਨਾਲ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਰਹੋਗੇ? ਚੱਕਰ ਪਤਾ ਕੀ ਆ ਕੋਈ ਧਰਮ ਮਾੜਾ ਨਹੀਂ ਹੁੰਦਾ। ਧਰਮ ਦੇ ਵਿੱਚ ਬੰਦੇ ਮਾੜੇ ਹੁੰਦੇ ਆ। ਇਹ ਕੋਈ ਹਿੰਦੂ ਧਰਮ ਇਹ ਨਹੀਂ ਆਂਦਾ ਵੀ ਤੁਸੀਂ ਦੂਜਿਆਂ ਨੂੰ ਤੰਗ ਕਰੋ ਪਰੇਸ਼ਾਨ ਕਰੋ। ਵੇਖੋ ਜਾਂ ਅੱਲਾ ਦੇ ਘਰ ਦੀ ਲਾ ਲਓ ਸੰਗਤ ਵੱਡੀ ਹੁੰਦੀ ਆ। ਜੇ ਕਹਿ ਰਹੀ ਹੈ ਮੰਦਰ 'ਚ ਵੀ ਸੰਗਤ ਵੱਡੀ ਹੁੰਦੀ ਆ ਗੁਰਦੁਆਰੇ ਵਿੱਚ ਸੰਗਤ ਵੱਡੀ ਹੁੰਦੀ ਆ। ਇਹ ਸੰਗਤ ਇਕੱਠੀ ਹੋ ਗਈ ਆ। ਪਰ ਮੌਸਮ ਜੋ ਹੈ ਉਹ ਠੰਡਾ ਹੁੰਦਾ ਜਾ ਰਿਹਾ ਹੈ ਮੀਂਹ ਵੀ ਪੈ ਰਿਹਾ ਹੈ ਕਿਸਾਨਾਂ ਨੂੰ ਪਰੇਸ਼ਾਨੀ ਵੀ ਹੋ ਰਹੀ ਹੈ ਤੇ ਕੋਈ ਵਿੱਚ ਵਿਚਾਲੇ ਦਾ ਰਸਤਾ ਜੇ ਕਿਸਾਨ ਵੀ ਮੰਨ ਜਾਣ ਸਰਕਾਰ ਵੀ ਕਰ ਲੈ। ਵੇਖੋ ਚੱਕਰ ਇਹ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਆ। ਅਸੀਂ ਜੱਟਾਂ ਦੇ ਪੋਤਿਆਂ ਖੇਤੀ ਕਰਨ ਵਾਲੇ ਆ। ਅਸੀਂ ਕਿਸਾਨ ਆ। ਸਾਡੇ ਦਾਦੇ ਪੜਦਾਦੇ ਕਿਸਾਨ ਅਸੀਂ ਵੀ ਕਿਸਾਨ ਦਾ ਪੋਤਿਆਂ। ਮੈਂ ਵੀ ਕਿਸਾਨ ਮੇਰਾ ਪਿਤਾ ਵੀ ਕਿਸਾਨ। ਔਰ ਅਸੀਂ ਪੂਰੀਆਂ ਪੋਹ ਦੀਆਂ ਠੰਡ ਦੀਆਂ ਰਾਤਾਂ ਨੂੰ ਠਰੇ ਪਾਣੀ ਦੇ ਵਿੱਚ ਕਈ ਲੈ ਕੇ ਪੂਰੇ ਮਤਲਬ ਕਿ ਪੈਲੀਆਂ ਦੇ ਖੇਤਾਂ ਦੇ ਵਿੱਚ ਰਾਤ ਨੂੰ ਪਾਣੀ ਮੋੜਦੇ ਰਾਤ ਦਿਨ ਜਿੰਨੀ ਮਰਜ਼ੀ ਠੰਡ ਹੋਵੇ। ਉਹ ਤਾਂ ਸਾਨੂੰ ਉੱਥੇ ਨਹੀਂ ਪਰਵਾਹ ਕਰਦੇ ਮਤਲਬ ਕਿ ਰਾਤ ਦਿਨ ਤੁਰੇ ਫਿਰਦੇ ਰਹੀਦਾ ਖੇਤਾਂ ਦੇ ਵਿੱਚ। ਤੇ ਅੱਜ ਤੇ ਗੱਲ ਰੜੇ ਬੈਠੇ ਹਾਂ ਗੱਲ ਹੀ ਕੋਈ ਨਹੀਂ ਤੰਬੂ ਲੱਗੇ ਸਾਡੇ ਸਾਨੂੰ ਨਹੀਂ ਕੋਈ ਟੈਨਸ਼ਨ ਕੋਈ ਇਹੋ ਕੋਈ ਭੱਜਣ ਵਾਲੀ ਨਹੀਂ ਗੱਲ। ਤੇ ਲੰਗਰ ਪਾਣੀ ਦੀ ਪੂਰੀ ਵਿਵਸਥਾ ਬਸ ਜੀ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਸਾਹਿਬ ਕਮ ਸੇ ਕਮ 6 ਮਹੀਨੇ ਦਾ ਜਮ੍ਹਾਂ ਪਿਆ ਆ। ਜੇ 6 ਮਹੀਨੇ ਦਾ ਵਾਧੂ ਜਮ੍ਹਾਂ ਪਿਆ ਜੀ ਗੁਰੂ ਸਾਹਿਬ ਦੀ ਮਿਹਰ ਆ ਜੀ ਸਤਿਗੁਰੂ ਸੱਚੇ ਪਾਤਸ਼ਾਹ। ਇੱਥੇ ਜਿਹੜਾ ਲੰਗਰ ਹੈ ਮਹਾਰਾਜ ਦਾ
ਕੋਈ ਅੰਦਾਜ਼ਾ ਨਹੀਂ ਹੈਗਾ ਇੱਥੇ ਕਿੰਨਾ ਚਿਰ ਚੱਲੇ। ਇਹ ਤਾਂ ਸਤਿਗੁਰ ਦੀ ਰਸਤਾ ਆਈ ਜਾਂਦੀ ਹੈ, ਭੰਡਾਰੇ ਖੋਲੇ ਪਏ ਸਤਿਗੁਰ ਨੇ। ਇਹ ਮੈਡਮ ਜਿਹੜਾ ਲੰਗਰ ਹੈ ਨਾ, ਇਹ ਦੁਸ਼ਮਣ ਵਾਸਤੇ, ਗਰੀਬ ਅਮੀਰ ਸਾਰੇ ਧਰਮਾਂ ਸਾਰੀ ਜਾਤੀ, ਕੋਈ ਜਾਤ ਪਾਤ ਨਹੀਂ, ਕੋਈ ਧਰਮ ਨਹੀਂ, ਜੋ ਵੀ ਆਵੇ ਇੱਥੇ ਲੰਗਰ ਛਕੇ, ਖਾਲਸੇ ਦੀ ਸ਼ਰਨ ਆ ਜੇ, ਇੱਥੇ ਗੁਰੂ ਸਾਹਿਬ ਦੀ ਸ਼ਰਨ ਆ ਜੇ, ਖਾਲਸਾ ਉਹਨੂੰ ਬਖਸ਼ ਦੂਗਾ ਤੇ ਉਹਨੂੰ ਫੇਰ ਉਹ ਮੰਨ ਲੇ। ਨਿਹੰਗ ਸਿੰਘ ਫੌਜ ਦੀ ਮਹੱਤਵ। ਜਿਸ ਤਰ੍ਹਾਂ ਆਰਮੀ ਦੀ ਮਹੱਤਤਾ ਨਾ, ਮਤਲਬ ਕਿ ਇੰਡੀਆ ਦੀ ਆਰਮੀ ਆ, ਇਸ ਤਰ੍ਹਾਂ ਬਾਜਾਂ ਵਾਲੇ ਦੀ ਆਰਮੀ ਆ। ਇਹ ਸਿੱਖ ਕੌਮ ਦੇ ਵਿੱਚ ਵੈਸੇ ਆਮ ਨਾਰਮਲ ਸਿੱਖ ਵੀ ਆ, ਮਤਲਬ ਕਿ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰੱਖੇ ਮਹਾਰਾਜ ਨੂੰ ਮੰਨਦੇ ਆ, ਕੁੜਤੇ ਪੈਂਟਾਂ ਸ਼ਰਟਾਂ ਪਾਈਆਂ ਵਾ। ਇਹ ਆਰਮੀ ਆ ਬਾਜਾਂ ਵਾਲੇ ਦੀ, ਤਿਆਰਪੁਰ ਤਿਆਰ ਆ। ਹੋਰ ਕਿਸੇ ਨੇ ਸ੍ਰੀ ਸਾਹਿਬ ਪਾਈ ਹੋਵੇ, ਕਿਸੇ ਨੇ ਮੋਨੇ ਤੇ ਪੁਲਿਸ ਵਾਲੇ ਫੜ ਕੇ ਬੰਦ ਕਰ ਦਿੰਦੇ ਆ। ਬਸ ਇਹ 10ਵੇਂ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਾਜਾਂ ਵਾਲੇ ਦੀ ਆਰਮੀ ਆ। ਇਹ ਜੇ ਕੌਮ ਦੇ ਲੇਖੇ ਲੱਗ ਜਾਏ ਤਾਂ ਚੰਗੇ ਕਰਮ ਕੀ ਬਾਜਾਂ ਵਾਲੇ ਦੇ ਪੁੱਤ ਬਣ ਜਾਈਏ ਤੇ। ਸੋ ਹਾਂਜੀ, ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਾ। ਇਹ ਤੇ ਬਾਜਾਂ ਵਾਲੇ ਦੀ ਫੌਜ ਆ, ਇਹ ਤਾਂ ਸ਼ਹੀਦੀਆਂ ਦੇ ਪਾਵੇ ਨਿਹਾਲ ਹੋ ਜਾਵੇ, ਸਿੰਘਾਂ ਸ਼ਹੀਦਾਂ ਦੇ ਮਨ ਨੂੰ ਪਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਜੋ ਨਿਹੰਗ ਹੈ ਨਾ, ਆਪ ਜੀ ਨੇ ਸਵਾਲ ਪੁੱਛਿਆ, ਨਿਹੰਗ ਹੈ ਹੰਗਤਾ ਤੋਂ ਰਹਿਤ। ਹੰਗਤਾ ਮਤਲਬ ਹੁੰਦੀ ਹੈ ਹੰਕਾਰ, ਹੰਕਾਰ ਤੋਂ ਰਹਿਤ ਹੈ ਖਾਲਸਾ, ਇਹ ਨਿਹੰਗ ਹੈ। ਨਿਹੰਗ ਇੱਕ ਅਰਬੀ ਦਾ ਸ਼ਬਦ ਹੈ। ਨਿਹੰਗ ਕਹਿੰਦੇ ਆ ਮਗਰਮੱਛ ਨੂੰ। ਸਾਨੂੰ ਗੁਰੂ ਉਸੇ ਨੇ 3 ਸ਼ਬਦ ਦਿੱਤੇ ਆ, ਸਿੰਘ, ਨਿਹੰਗ, ਭਜੰਗ। ਨਿਹੰਗ ਕਹਿੰਦੇ ਆ ਮਗਰਮੱਛ ਨੂੰ, ਜੋ ਜੰਗ ਯੁੱਧ ਦੇ ਵਿੱਚ ਸਾਰਾ ਮਸਲ ਕੇ ਰੱਖ ਦਿੰਦਾ। ਜਦੋਂ ਜੰਗ ਯੁੱਧ ਦੇ ਵਿੱਚ ਆਪਦਾ ਜਾਂਦਾ ਨਾ, ਫਿਰ ਉਹਦੇ ਮੂਹਰੇ ਕੋਈ ਆੜ ਨਹੀਂ ਸਕਦਾ। ਸਮੁੰਦਰ ਦਾ ਰਾਜਾ ਉਹ। ਤੇ ਜਿਹੜਾ ਭਜੰਗ ਆ ਉਹ ਸੱਪ ਹੈ। ਵੇਖੋ ਉਹ ਵੀ ਪਹਿਲਾਂ ਨਹੀਂ ਕਿਸੇ ਨੂੰ ਕੁਛ ਕਹਿੰਦਾ, ਜਦੋਂ ਕੋਈ ਜ਼ਿਆਦੇ ਹੋ ਜਾਏ ਫਿਰ ਕੁੰਡ ਮਾਰ ਕੇ ਮਾਰਦਾ। ਉਹ ਕੁੰਡਲੀਆ ਸੱਪ ਹੈ ਕਹਿੰਦਾ ਮੇਰਾ। ਤੇ ਜਿਹੜਾ ਸ਼ੇਰ ਹੈ, ਇਹ ਪਹਿਲਾਂ ਚੁੱਪ ਕਰਕੇ ਸ਼ੇਰ ਆਪਦਾ ਸ਼ਿਕਾਰ ਖੇਡਦਾ, ਸ਼ਿਕਾਰ ਖੇਡ ਕੇ ਫਿਰ ਲੰਗਰ ਲਾਉਂਦਾ, ਫਿਰ ਦੂਜੇ ਜਿਹੜੇ ਜਾਨਵਰ ਆ ਉਹ ਛਕਦੇ ਆ। ਸ਼ੇਰ ਆਪਦਾ ਜਾ ਕੇ ਆਰਾਮ ਕਰਨ ਲੱਗ ਜਾਂਦਾ। ਫਿਰ ਉਹ ਜਿਹੜੇ ਦੂਜੇ ਸ਼ੇਰ ਹੁੰਦੇ ਆ ਫਿਰ ਮਣਕੀਆਂ ਬਾਤਾਂ ਬਤਾਉਣ ਲੱਗ ਜਾਂਦੇ ਆ, ਹੂ ਕਰਨ ਲੱਗ ਜਾਂਦੇ ਆ। ਫਿਰ ਉਹ ਜਦੋਂ ਕਹਿੰਦਾ ਵੀ ਮੇਰੇ ਇੱਥੇ ਰਾਜ ਹੋ ਗਿਆ, ਉਹ ਫਿਰ ਨਿਕਲਦਾ ਸ਼ੇਰ, ਜਦੋਂ ਗਰਜਦਾ ਨਾ ਫਿਰ ਦੱਸਦਾ ਮੈਂ ਰਾਜਾ ਜੰਗਲ ਦਾ। ਫਿਰ ਉਹ ਦੂਜੇ ਜਿਹੜੀਆਂ ਮਣਕੀਆਂ ਬਾਤਾਂ ਵਾਲੇ ਫਿਰ ਭੱਜ ਜਾਂਦੀਆਂ, ਲੂੰਬੜੀਆਂ ਛੂੰਬੜੀਆਂ ਜੀਆਂ। ਇਹ ਨਿਹੰਗ ਸਿੰਘ ਉਹ ਹੈ। ਨਿਹੰਗ ਸਿੰਘ ਹੰਗਤਾ ਤੋਂ ਰਹਿਤ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ, ਉਹਨਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਇਹ ਮੋਰਚਾਬੰਦੀ ਹੋਈ ਹੈ। ਕਹਿਣ ਦਾ ਭਾਵ ਹੈ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦੇ ਆ, ਕਿਸਾਨ ਵੀਰਾਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਸੰਘਰਸ਼ ਆ ਤੁਹਾਡਾ ਢਿੱਲਾ ਪੈਂਦਾ ਜਾਂਦਾ, ਇਹਨੂੰ ਤਕੜੇ ਹੋ ਕੇ ਜਿੱਤੋ। ਬਾਰਡਰ ਤੇ ਬਹਿ ਕੇ ਕੋਈ ਫਾਇਦਾ ਨਹੀਂ, 20 ਮਹੀਨਾ ਹੋਣ ਵਾਲਾ ਬਾਰਡਰ ਤੇ ਬਹਿ ਕੇ ਕੁਛ ਨਹੀਂ। ਇਹ ਕਿਹੜਾ ਕੋਈ ਪਾਕਿਸਤਾਨ ਦਾ ਬਾਰਡਰ ਆ ਵੀ ਤਾਂ ਘਬਰਾਉਂਦੇ ਹੋ। ਸਾਡੇ ਮੁਲਕ ਦੀ ਧਰਤੀ ਹੈ ਇਹ ਸਾਰੀ। 4 ਕੂਣ ਤੱਕ ਖਾਲਸੇ ਦਾ ਰਾਜ ਆ, ਜਿੱਥੋਂ ਚੜ੍ਹਦਾ ਉੱਥੇ ਛਿਪਦੇ ਤੱਕ ਖਾਲਸੇ ਦਾ ਰਾਜ ਆ, ਤੇ ਚੜ੍ਹਦੇ ਤੋਂ ਛਿਪਦੇ ਤੱਕ। ਕਹਿਣ ਦਾ ਭਾਵ ਆ ਵੀ ਇਹਨਾਂ ਦੀ ਜਿਹੜੀ ਜੰਗ ਯੁੱਧ ਹੁਣ ਲੱਗੀ ਹੋਈ ਆ, ਇੱਕ ਆਰਡੀਨੈਂਸ ਜਿਹੜਾ ਪਾਸ ਕੀਤਾ ਇਹਨਾਂ ਨੇ ਕੇਂਦਰ ਨੇ, ਉਹ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈਗਾ। ਉਹ ਭਾਵੇਂ ਕੋਈ ਆੜ੍ਹਤੀਆ ਵੀਰ ਆ, ਭਾਵੇਂ ਕੋਈ ਕਿਸਾਨ ਵੀਰ ਹੈ, ਭਾਵੇਂ ਕੋਈ ਲੇਬਰ ਵੀਰ ਆ, ਕਿਸੇ ਨੂੰ ਕੋਈ ਮਨਜ਼ੂਰ ਨਹੀਂ ਹੈਗਾ। ਠੰਡੇ ਬੁਰਜ ਮਾਤਾ ਗੁਜਰੀ ਜੀ ਬੈਠੇ ਸੀ ਆਪਣੇ ਸਾਹਿਬਜ਼ਾਦਿਆਂ ਦੇ ਨਾਲ, ਇੱਥੇ ਕਿਸਾਨ ਜੁਟੇ ਹੋਏ ਨੇ, ਕੀ ਕੁਝ ਕਹੋਗੇ? ਜੀ ਬਿਲਕੁਲ ਸਹੀ ਗੱਲ ਹੈ ਜੀ। ਇੱਧਰ ਆਪਾਂ ਦੇਖ ਰਹੇ ਹਾਂ, it is very cold out here and the farmers are protesting here. They aren't aware about the things happening here. ਉਹਨਾਂ ਨੂੰ ਇਹ ਵੀ ਫਿਕਰ ਨਹੀਂ ਕਿ ਇੱਧਰ ਉਹਨਾਂ ਨੂੰ ਕੀ ਪ੍ਰੋਬਲਮਸ ਹੋ ਰਹੀ ਕੀ ਨਹੀਂ ਹੋ ਰਹੀ। They are fighting for their rights and ਜੇ ਇੰਨੇ farmers ਇੱਧਰ ਹੈਗੇ ਆ, there would be some reason why they are protesting, ਕਿਉਂਕਿ ਸਭ ਤੋਂ ਮੇਨ ਹੈ ਉਹ ਆਪਣੇ ਹੱਕ ਬਚਾ ਰਹੇ ਨੇ। ਤੇ ਮੇਰੇ ਅਕੋਰਡਿੰਗਲੀ ਬਿਲਕੁਲ ਸਹੀ ਚੀਜ਼ ਹੈ। ਇੱਧਰੋਂ ਪਿੱਛੇ ਹਟਣ ਦਾ ਕੋਈ ਮਤਲਬ ਨਹੀਂ ਬਣਦਾ, ਜੋ ਕਿ ਫੌਜਾਂ ਵੀ ਇੱਧਰ ਤਿਆਰ ਹੈਗੀ ਪੂਰੀ, ਪਿੱਛੇ ਫਾਰਮਰਸ ਵੀ ਪੂਰੇ ਰੈਡੀ ਹੈਗੇ ਆ, ਤੇ ਇੱਧਰ ਪਿੱਛੇ ਕੋਈ ਨਹੀਂ ਹਟੇਗਾ। everyone will be here until and unless we get what we want. ਤੁਸੀਂ ਕਿੱਥੋਂ ਆਏ ਹੋ? ਦਿੱਲੀ। ਦਿੱਲੀ ਤੋਂ ਆਏ ਹੋ, ਕਿਹੜੇ ਜੱਥੇ ਦੇ ਨਾਲ ਹੋ? ਮੈਂ ਬੁੱਢਾ ਦਲ ਤੋਂ ਹੀ ਹਾਂ। ਨਿਹੰਗ ਸਿੰਘ ਜੱਥੇ ਵਾਲੇ। ਇੱਥੇ ਕਿੰਨੇ ਘੋੜੇ ਆਏ ਨੇ ਨਾਲ? ਫੌਜਾਂ ਹੀ ਲੈ ਕੇ ਆਈਆਂ ਨੇ ਘੋੜੇ। ਬਾਕੀ ਆਪਾਂ ਜਦੋਂ ਥੋੜੀ ਬਹੁਤ ਜਿਹੜੀ ਸੇਵਾ ਮਹਾਰਾਜ ਨੇ ਬਖਸ਼ੀ ਆ ਉਹ ਕਰਨ ਆ ਜਾਂਦੇ ਆ। ਤੁਸੀਂ ਟ੍ਰੇਨਿੰਗ ਵੀ ਦਿੰਦੇ ਹੋ? ਮੈਂ ਆਪਣੇ ਉੱਧਰ ਹੀ ਗੱਤਕਾ ਸਿਖਾਉਂਦਾ, ਨਾਲ ਆਪਣਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੱਗ ਔਰ ਦੁਮਾਲੇ ਦੀ ਸਿਖਲਾਈ ਵੀ ਕਰ ਦਿੰਦੇ ਆ। ਤੇ ਇਸੇ ਤਰੀਕੇ ਨਾਲ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਰਹੋਗੇ, ਡਟੇ ਰਹੋਗੇ? ਹਾਂਜੀ ਬਿਲਕੁਲ ਜੀ। ਜੇ ਸਰਕਾਰ ਨੇ, ਆਪਾਂ ਇੱਧਰ ਬਿਲਕੁਲ ਆਰਾਮ ਨਾਲ ਬੈਠੇ ਹਾਂ, ਪੀਸਫੁਲੀ ਵੀ ਆਰ ਪ੍ਰੋਟੈਸਟਿੰਗ ਹੇਅਰ, ਬਟ ਅਗਰ ਗਵਰਨਮੈਂਟ ਕੁਛ ਇੱਦਾਂ ਦਾ ਸਟੈਪ ਲੈਂਦੀ ਹੈ ਜਿਹੜਾ ਨਹੀਂ ਸਹੀ ਹੁੰਦਾ, ਉਸ ਦਾ ਫਿਰ ਆਪਾਂ ਵੀ ਉਸੇ ਲੈਂਗੁਏਜ ਵਿੱਚ ਹੀ ਉਹਨਾਂ ਨੂੰ ਰਿਟਰਨ ਕਰਾਂਗੇ। ਵੀ ਵਿਲ ਰਿਵਰਟ them in the same language.
ਤੁਸੀਂ ਕ੍ਰਿਸ਼ੀ ਕਾਨੂੰਨ ਦੀ ਪੂਰੀ ਜਾਣਕਾਰੀ ਰੱਖਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿਸਾਨ ਜੋ ਬਿੱਲ ਹੈ ਜੋ ਕਿਸਾਨਾਂ ਲਈ ਜੋ ਰੱਖਿਆ ਗਿਆ ਹੈ, ਕਿੰਨਾ ਨੁਕਸਾਨ ਉਸ ਬਿੱਲ ਤੋਂ ਹੈ ਤੇ ਅੱਗੇ ਕੀ ਕੁਝ ਹੋਊਗਾ? ਜਿੰਨਾ ਕੁ ਮਤਲਬ ਮਾਰਨ ਨੇ ਮਤ ਬਖਸ਼ੀ ਹੈ, ਜਿੰਨਾ ਕੁ ਮੈਨੂੰ ਲੱਗਦਾ ਸੀ ਫਾਰਮਰਸ ਦੇ ਨਾਲ ਜਿਹੜੀ ਇੱਧਰ ਹੋ ਰਿਹਾ ਜਿਹੜਾ ਕੰਟਰੈਕਟ ਸਾਈਨ ਹੋਏਗਾ ਪ੍ਰਾਈਵੇਟ ਕੰਪਨੀਆਂ ਨਾਲ, ਉਹਦੇ ਵਿੱਚ ਉਹਨਾਂ ਦਾ ਕੀ ਹੈ ਕਿ ਉਸ ਤੋਂ ਬਾਅਦ ਫਿਰ ਉਹ ਕੰਟਰੈਕਟ ਸਾਈਨ ਹੋਣ ਤੋਂ ਬਾਅਦ ਕਿਤੇ ਬਾਹਰ ਨਹੀਂ ਸੈਲ ਆਊਟ ਕਰ ਸਕਦੇ। ਐਂਡ ਫੋਰ ਐਗਜ਼ਾਮਪਲ ਜੇ ਆਪਾਂ ਇੱਕ ਵੀਟ ਲੈਂਦੇ ਹਾਂ, ਇਫ ਵੀ ਆਰ ਟਾਕਿੰਗ ਅਬਾਊਟ ਵੀਟ, ਜੇ ਉਹਦੇ ਪ੍ਰਾਈਸ ਇੰਕਰੀਜ਼ ਹੁੰਦੇ ਅੱਗੇ ਜਾ ਕੇ ਫਾਰਮਰਸ ਨੂੰ ਤਾਂ ਉਹੀ ਸੇਮ ਪ੍ਰਾਈਸ ਮਿਲੇਗਾ ਨਾ ਜਿਹੜਾ ਕੰਟਰੈਕਟ ਸਾਈਨ ਹੋਇਆ, ਤੇ ਇਹਦੇ ਵਿੱਚ ਵੀ ਪ੍ਰਾਈਵੇਟ ਕੰਪਨੀਆਂ ਨੂੰ ਹੀ ਪੂਰਾ ਪ੍ਰੋਫਿਟ ਜਾ ਰਿਹਾ, ਤੇ ਫਾਰਮਰ ਜਿਹੜਾ ਪਹਿਲਾਂ ਹੀ ਇੰਨੇ ਲਾਸ ਵਿੱਚ ਹੈਗਾ, ਜਿਹੜਾ ਆਤਮ ਹੱਤਿਆ ਕਰਦਾ, ਉਹ ਹੋਰ ਲਾਸ ਕਿਉਂ ਚੱਲੇਗਾ? ਜੇ ਪ੍ਰੋਫਿਟ ਮਿਲ ਰਿਹਾ ਉਹ ਪ੍ਰਾਈਵੇਟ ਕੰਪਨੀਆਂ ਕੋਲ ਕਿਉਂ ਜਾਏ ਜਦ ਕਿ ਸਾਰੀ ਮਿਹਨਤ ਜਿਹੜਾ ਉਹ ਫਾਰਮਰ ਕਰ ਰਿਹਾ? ਦੈਨ ਵਾਈ ਸ਼ੁੱਡ ਪ੍ਰਾਈਵੇਟ ਕੰਪਨੀਆਂ ਗੈਟ ਦੀ ਪ੍ਰੋਫਿਟਸ? ਤੇ ਮੈਨੂੰ ਇਹੀ ਲੱਗਦਾ ਕਿ ਉਹ ਬਿਲਕੁਲ ਠੀਕ ਕਰ ਰਹੇ ਨੇ ਐਂਡ ਜੋ ਉਹਨਾਂ ਦਾ ਹੱਕ ਹੈ ਉਹੀ ਲੈ ਰਹੇ ਨੇ, ਐਂਡ ਆਪਾਂ ਇੱਧਰ ਹੀ ਰਹਾਂਗੇ ਜਦ ਤੱਕ ਨਹੀਂ ਕੁਝ ਹੋਏਗਾ। ਪਰ ਠੰਡ ਜੋ ਹੈ ਉਹ ਵੱਧਦੀ ਜਾਂਦੀ ਹੈ, ਮੀਂਹ ਵੀ ਪੈ ਰਿਹਾ ਹੈ, ਜੋ ਬਜ਼ੁਰਗ ਕਿਸਾਨੋਂ ਮਹਿਲਾਵਾਂ ਹੈ ਬਹੁਤ ਦਿੱਕਤ ਦੀ ਪਰੇਸ਼ਾਨੀ ਵੀ ਆ ਰਹੀ ਹੈ, ਤੇ ਇੱਥੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਿਸ ਤਰ੍ਹਾਂ ਦੀ ਤਿਆਰੀਆਂ ਨੇ, ਕਿਉਂਕਿ ਟੈਂਟ ਸਿਟੀ ਵੀ ਇੱਥੇ ਤੁਸੀਂ ਤਿਆਰ ਕੀਤੀ ਹੈ, ਕਿ ਕੁਝ ਤਿਆਰੀਆਂ ਅੱਗੇ ਲਈ ਕੀ ਹੈ? ਸਭ ਤੋਂ ਪਹਿਲੀ ਗੱਲ ਤਾਂ ਇਹ ਤਿਆਰੀ ਆਪਾਂ ਕੋਈ ਵੀ ਨਹੀਂ ਕੀਤੀ, ਸਾਰੀ ਗੁਰੂ ਮਹਾਰਾਜ ਵੱਲੋਂ ਹੀ ਹੋਈ ਹੈ, ਬਸ ਆਪਾਂ ਇਹ ਜ਼ਰੀਆ ਹੈਗੇ ਹਾਂ। ਸੈਕੰਡਲੀ ਦਾ ਥਿੰਗ ਇਜ਼ ਜਿੰਨੀ ਮਹਾਰਾਜ ਸੇਵਾ ਕਰਵਾ ਸਕਦੇ ਨੇ ਆਪਾਂ ਕਰਾਂਗੇ, ਔਰ ਜਿਹੜੇ ਬਜ਼ੁਰਗ ਹੈਗੇ ਆ ਜਾਂ ਜਿਹੜੇ ਜੇ ਕੋਈ ਭੁਜੰਗੀ ਜਾਂ ਆਇਆ ਛੋਟਾ ਬੱਚਾ ਹੈਗਾ ਉਹਦਾ ਪੂਰਾ ਧਿਆਨ ਰੱਖਿਆ ਜਾਏਗਾ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਏ। ਉਸ ਤੋਂ ਇਲਾਵਾ ਜੇ ਮੀਂਹ ਵੀ ਪੈਂਦਾ ਉਹਦੇ ਵਾਸਤੇ ਵੀ ਆਪਾਂ ਫੁੱਲ ਤਿਆਰੀ ਕਰ ਰਹੇ ਹਾਂ, ਜਿੱਦਾਂ ਤਰਪਾਲ ਹੋ ਗਈ, ਜਾਂ ਆਪਾਂ ਹੁਣ ਜਿੱਦਾਂ ਸੋਚ ਰਹੇ ਹਾਂ ਮਤਲਬ ਜਿੱਦਾਂ ਪ੍ਰਬੰਧਕ ਕਮੇਟੀ ਨਾਲ ਵੀ ਗੱਲਬਾਤ ਚੱਲ ਰਹੀ ਆ, ਕਈਆਂ ਨਾਲ ਮੀਟਿੰਗ ਹੋਏਗੀ, ਐਂਡ ਜਿਹੜੇ ਵਾਟਰਪ੍ਰੂਫ ਟੈਂਟ ਹੁੰਦੇ ਆ ਉਹ ਪ੍ਰੋਵਾਈਡ ਕਰਨ ਦੀ ਗੱਲਬਾਤ ਚੱਲ ਰਹੀ ਆ ਅੱਗੇ, ਤਾਂ ਕਿ ਇੱਧਰ ਕੋਈ ਪ੍ਰੋਬਲਮ ਨਾ ਆਏ, ਐਵਰੀਥਿੰਗ ਸ਼ੁੱਡ ਗੋ ਵਿਦ ਈਜ਼। ਤੇ ਤੁਸੀਂ ਸੁਣ ਰਹੇ ਸੀ ਨਿਹੰਗ ਸਿੰਘ ਜੱਥਾ ਇੱਥੇ ਮੌਜੂਦ ਹੈ ਅਕਾਲ ਪੁਰਖੀ ਦਾ। ਇਹਨਾਂ ਨੇ ਦੱਸਿਆ ਕਿ ਨਿਹੰਗ ਸਿੰਘ ਜੋ ਜੱਥਾ ਹੈ ਉਹਦਾ ਮਹੱਤਵ ਕੀ ਹੈ, ਤੇ ਨਾਲ ਕ੍ਰਿਸ਼ੀ ਕਾਨੂੰਨ ਦਾ ਜੋ ਪ੍ਰਦਰਸ਼ਨ ਜੋ ਇੱਥੇ ਜਾਰੀ ਹੈ ਉਹ ਵੀ ਇਹ ਕਰਦੇ ਰਹਿਣਗੇ ਜਦੋਂ ਤੱਕ ਕਿਸਾਨ ਬੈਠੇ ਹੈ, ਤਦੋਂ ਤੱਕ ਆਪਣਾ ਜੋ ਜੱਥਾ ਹੈ ਨਿਹੰਗ ਸਿੰਘ ਜੱਥਾ ਹੈ ਉਹ ਵੀ ਇਸੇ ਤਰੀਕੇ ਨਾਲ ਇੱਥੇ ਸੰਘਰਸ਼ ਕਰਦਾ ਰਹੇਗਾ। ਮੈਂ ਸਿੰਘੂ ਬਾਰਡਰ ਤੋਂ ਪਰਮੀਤ ਕੌਰ ਵਾਲੀਆ, ਕੈਮਰਾਮੈਨ ਗੌਤਮ ਦੇ ਨਾਲ MHN ਪ੍ਰਾਈਮ।